ਅਮਰਤਾ ਪ੍ਰੀਤਮ ਦੇ ਸਵੈ ਜੀਵਨੀ ਅੰਸ਼ਾਂ ਵਿੱਚੋਂ ਅਗਲਾ ਅੰਸ਼ ਹੈ ਇੱਕ ਅਲਬੇਲਾ ਦਾਰਸ਼ਨਿਕ। ਇੱਕ ਸ਼ਾਹੀ ਹੁਸਨ ਨੂੰ ਤੇ ਇੱਕ ਨਿਮਾਣੀ ਫਕੀਰੀ ਨੂੰ ਜੇ ਇਕੱਠਿਆਂ ਕਰਕੇ ਕਿਸੇ ਇੱਕੋ ਬੰਦੇ ਦੇ ਸੁਭਾਅ 'ਚ ਪਾ ਦੇਈਏ ਤਾਂ ਜੈਨਿੰਦਰ ਜੀ ਦਾ ਅਲਬੇਲਾ ਸੁਭਾਅ ਬਣ ਜਾਂਦਾ ਹੈ। ਇੱਕ ਦਿਨ ਮੈਂ ਜੈਨਿੰਦਰ ਜੀ ਨਾਲ ਉਹਨਾਂ ਦੇ ਬਚਪਨ ਦੀਆਂ ਗੱਲਾਂ ਕਰਦੀ ਪਈ ਸਾਂ। ਜੈਨਿੰਦਰ ਜੀ, ਇੱਕ ਵਾਰ ਤੁਸੀਂ ਮੈਨੂੰ ਦੱਸਿਆ ਸੀ ਕਿ ਤੁਹਾਡਾ ਇਹ ਨਾਂ ਤੁਹਾਡੇ ਬਚਪਨ 'ਚ ਨਹੀਂ ਸੀ ਰੱਖਿਆ ਗਿਆ। ਬਚਪਨ 'ਚ ਤੁਹਾਡਾ ਨਾਂ ਕੀ ਸੀ? ਮਾਂ ਸਕਟੀਆ ਕਹਿ ਕੇ ਬੁਲਾਉਂਦੀ ਹੁੰਦੀ ਸੀ। ਮੈਂ ਸਕਟ ਚੌਥ ਨੂੰ ਜੰਮਿਆ ਸਾਂ, ਸ਼ਾਇਦ ਇਸੇ ਲਈ ਉਹਨੇ ਮੇਰਾ ਨਾਂ ਸਕਟੀਆ ਰੱਖ ਦਿੱਤਾ। ਮੇਰੇ ਬਾਪ ਪਰਦੇਸੋਂ ਆਏ ਕਹਿਣ ਲੱਗੇ, ਸਕਟੀਆ ਕੀ ਹੁੰਦਾ ਹੈ? ਇਹਦਾ ਜਨਮ ਬੜੇ ਆਨੰਦ ਦੀ ਗੱਲ ਹੈ, ਇਸ ਲਈ ਇਹਦਾ ਨਾਂ ਆਨੰਦੀ ਲਾਲ ਹੋਣਾ ਚਾਹੀਦਾ। ਸੋ ਸਾਰੇ ਲੋਕ ਮੈਨੂੰ ਆਨੰਦੀ ਲਾਲ ਬੁਲਾਉਣ ਲੱਗ ਪਏ। ਸਕੂਲੇ ਪੜ੍ਹਨ ਪਿਆ ਤਾਂ ਗੁਰੂਕੁਲ ਵਾਲਿਆਂ ਨੂੰ ਇੰਦਰ ਲਫ਼ਜ਼ ਨਾਲ ਪਤਾ ਨਹੀਂ ਕਿਹੋ ਜਿਹੀ ਸ਼ਰਧਾ ਸੀ, ਉਹ ਕਈ ਵਾਰ ਵਿਦਿਆਰਥੀਆਂ ਦਾ ਨਾਂ ਬਦਲ ਕੇ ਕਿਸੇ ਨਾ ਕਿਸੇ ਤਰ੍ਹਾਂ ਇੰਦਰ ਲਫ਼ਜ਼ ਜੋੜ ਦਿੰਦੇ ਸਨ। ਉਹਨਾਂ ਨੇ ਮੈਨੂੰ ਆਨੰਦੀ ਲਾਲ ਤੋਂ ਜੈਨਿੰਦਰ ਕੁਮਾਰ ਬਣਾ ਦਿੱਤਾ। ਸੋ ਜਿਹਨੇ ਤੁਹਾਨੂੰ ਜਿਹੜਾ ਨਾਂ ਦਿੱਤਾ ਤੁਸੀਂ ਉਹੀ ਕਬੂਲ ਕਰ ਲਿਆ। ਨਾਂ ਵਾਕਰ ਥਾਂ ਦਾ ਵੀ ਇਹੀ ਹਾਲ ਹੈ। ਸਾਹਿਤ ਵਿੱਚ ਜੇ ਲੋਕ ਜੈਨਿੰਦਰ ਜੀ ਨੂੰ ਉਸਤਤ ਵਾਲੇ ਨਵਾਰੀ ਪਲੰਗ 'ਤੇ ਬਿਰਾਜਮਾਨ ਕਰਦੇ ਆ ਤਾਂ ਉਹ ਉੱਥੇ ਬਿਰਾਜ ਜਾਂਦੇ ਆ, ਅਤੇ ਜੇ ਉਹ ਨਿੰਦਿਆ ਦੀ ਅਲਾਣੀ ਮੰਜੀ 'ਤੇ ਉਹਨਾਂ ਨੂੰ ਬਿਠਾਉਂਦੇ ਆ ਤਾਂ ਉੱਥੇ ਬੈਠ ਜਾਂਦੇ ਆ। ਇੱਕ ਦਿਨ ਮੈਂ ਜੈਨਿੰਦਰ ਜੀ ਨੂੰ ਆਖ ਰਹੀ ਸੀ, ਤੁਹਾਡੀ ਮਾਂ ਵਿਚਾਰੀ ਨਾਲ ਕੀ ਬਣੀਆਂ? ਭਰ ਜਵਾਨੀ ਦੇ ਦਿਨਾਂ 'ਚ ਉਹਦਾ ਖਾਵੰਦ ਮਰ ਗਿਆ। ਇੱਕ ਭਰਾ ਸੀ, ਉਹ ਵੀ ਸਾਧੂ ਹੋ ਗਿਆ, ਅਤੇ ਇੱਕ ਪੁੱਤਰ ਸੀ, ਤੁਸੀਂ ਉਹ ਵੀ ਸਾਧੂ ਵਰਗੇ ਹੋ ਗਏ। ਮੈਂ ਤੇ ਉਹ ਤੋਂ ਵੀ ਗਿਆ ਗੁਜ਼ਰਿਆ ਹੋ ਗਿਆ। ਮੈਂ ਤੇ ਲੇਖਕ ਹੋ ਗਿਆ। ਇੰਜ ਗਏ ਗੁਜ਼ਰੇ ਹੋਣ 'ਚ ਜੈਨਿੰਦਰ ਜੀ ਦੇ ਸ਼ਾਹੀ ਠਾਠ ਦਾ ਭੇਤ ਹੈ। ਇੱਕ ਵਾਰ ਮੈਂ ਜੈਨਿੰਦਰ ਜੀ ਦਾ ਨਾਵਲ ਤਿਆਗ ਪੱਤਰ ਪੰਜਾਬੀ 'ਚ ਤਰਜਮਾ ਕੀਤਾ। ਜੇ ਮੈਂ ਪੈਸਿਆਂ ਦੀ ਖਾਤਰ ਕੁਝ ਤਰਜਮਾ ਕਰਨਾ ਹੁੰਦਾ ਤਾਂ ਕਿਸੇ ਵੱਡੀ ਸੰਸਥਾ ਵਾਸਤੇ ਕੋਈ ਕਿਤਾਬ ਤਰਜਮਾ ਕਰਦੀ। ਕਦੇ ਜਦੋਂ ਕੋਈ ਚੀਜ਼ ਬੜੀ ਪਸੰਦ ਹੁੰਦੀ ਹੈ, ਜਿਵੇਂ ਕੋਈ ਆਪਣੇ ਵਾਕਫਾਂ ਵਾਂਗ ਉਹਦਾ ਮੁੜ ਕੇ ਜ਼ਿਕਰ ਕਰਦਾ ਹੈ ਜਾਂ ਉਹਦੀਆਂ ਕੁਝ ਕਾਪੀਆਂ ਖਰੀਦ ਕੇ ਆਪਣੇ ਦੋਸਤਾਂ ਨੂੰ ਭੇਜ ਦਿੰਦਾ ਹੈ, ਮੈਂ ਇੰਝ ਹੀ ਤਿਆਗ ਪੱਤਰ ਦਾ ਅਨੁਵਾਦ ਕੀਤਾ ਸੀ। ਇਹ ਅਨੁਵਾਦ ਕਰਕੇ ਮੈਂ ਜਿਵੇਂ ਪੰਜਾਬੀ ਪਾਠਕਾਂ ਨਾਲ ਇਸ ਨਾਵਲ ਦੀਆਂ ਗੱਲਾਂ ਕਰ ਰਹੀ ਸੀ। ਇਸ ਲਈ ਤਰਜਮੇ ਦੇ ਪੈਸੇ ਲੈਣ ਦਾ ਮੈਨੂੰ ਖਿਆਲ ਨਹੀਂ ਸੀ ਆ ਸਕਦਾ। ਪ੍ਰਕਾਸ਼ਕਾਂ ਨੇ ਜਦੋਂ ਕਿਤਾਬ ਦੇ ਹਿਸਾਬ 'ਚ ਜੈਨਿੰਦਰ ਜੀ ਨੂੰ ਪੈਸੇ ਭੇਜੇ ਤਾਂ ਜੈਨਿੰਦਰ ਜੀ ਪੈਸੇ ਸਾਹਮਣੇ ਰੱਖ ਕੇ ਬਹਿ ਗਏ। ਉਹ ਪੈਸਿਆਂ ਉੱਤੇ ਮੇਰਾ ਹੱਕ ਸਮਝਦੇ ਸੀ ਅਤੇ ਮੈਂ ਉਹਨਾਂ ਦਾ ਸਮਝਦੀ ਸੀ। ਆਖਿਰ ਜੈਨਿੰਦਰ ਜੀ ਨੇ ਮਨਜ਼ੂਰ ਕਰ ਲਏ। ਚੀਜ਼ ਬੜੀ ਛੋਟੀ ਜਿਹੀ ਸੀ, ਪਰ ਉਹਨੇ ਬੜੀ ਵੱਡੀ ਥਾਵੇਂ ਰੱਖ ਕੇ ਉਹਨਾਂ ਨੇ ਆਖਿਆ, ਲੈ ਲੈਣਾ ਵਾ ਪ੍ਰਸਾਦ ਏ ਅਮਰਤਾ ਦਾ, ਭਗਵਤੀ ਦਾ। ਪ੍ਰਸ਼ਾਦ ਦੇਣ ਵਾਲਾ ਅਕਸਰ ਵੱਡਾ ਹੁੰਦਾ, ਲੈਣ ਵਾਲਾ ਛੋਟਾ। ਪਰ ਉਸ ਦਿਨ ਮੈਨੂੰ ਪਤਾ ਲੱਗਾ ਕਿ ਜ਼ਿੰਦਗੀ 'ਚ ਕਦੀ ਇਹ ਵੀ ਹੋ ਜਾਂਦਾ ਹੈ, ਪ੍ਰਸ਼ਾਦ ਦੇਣ ਵਾਲਾ ਛੋਟਾ ਹੋ ਜਾਂਦਾ ਹੈ, ਲੈਣ ਵਾਲਾ ਵੱਡਾ। ਸਾਡੇ ਮੁਲਕ ਵਾਂਗ ਹਰ ਮੁਲਕ 'ਚ ਪ੍ਰੈਸ ਦਾ ਪੱਧਰ ਚੰਗਾ ਵੀ ਹੁੰਦਾ ਹੈ ਅਤੇ ਮਾੜਾ ਵੀ। ਚੰਗੇ ਤੋਂ ਚੰਗਾ ਕੰਮਾਂ ਨਾਲ, ਕਦਰਾਂ ਨਾਲ, ਤਜਵੀਜ਼ਾਂ ਨਾਲ ਅਤੇ ਸਿਆਣੀਆਂ ਬਹਿਸਾਂ ਨਾਲ ਭਰਿਆ ਹੋਇਆ, ਅਤੇ ਮਾੜੇ ਤੋਂ ਮਾੜਾ ਇੱਕ ਜ਼ਖਮ ਵਰਗਾ ਜੋ ਸਿਰਫ ਰੋਗ ਕੀਟਾਣੂਆਂ ਦੇ ਸਹਾਰੇ ਪਲਦਾ ਹੈ। ਸਵੀਡਨ ਦੀ ਗੱਲ ਹੈ, ਇੱਕ ਵਾਰ ਨੋਬਲ ਪ੍ਰਾਈਜ਼ ਵਾਲਾ ਹਫ਼ਤਾ ਮਨਾਇਆ ਜਾ ਰਿਹਾ ਸੀ। ਉੱਥੇ ਪ੍ਰੈਸ ਦੇ ਬੜੇ ਜ਼ਿੰਮੇਵਾਰ ਨੁਮਾਇੰਦੇ ਆਏ ਹੋਏ ਸਨ, ਪਰ ਉੱਥੇ ਕੁਝ ਇੰਨੇ ਗੈਰ ਜ਼ਿੰਮੇਵਾਰ ਨੁਮਾਇੰਦੇ ਵੀ ਸਨ ਜਿਨ੍ਹਾਂ ਵਾਸਤੇ ਸਿਰਫ ਨੋਬਲ ਜੇਤੂਆਂ ਦੇ ਸੌਣ ਕਮਰਿਆਂ 'ਚ ਝਾਕਣਾ ਅਤੇ ਸ਼ਰਾਬ ਦੀ ਕੋਈ ਕਹਾਣੀ ਘੜਨ ਵਾਸਤੇ ਉਹਨਾਂ ਦੀਆਂ ਕਮੀਜ਼ਾਂ 'ਤੇ ਕਾਲਰਾਂ ਨੂੰ ਸੁੰਘਣਾ ਹੀ ਉਹਨਾਂ ਦਾ ਕੰਮ ਸੀ। ਹੋਰ ਕਿਸੇ ਜੇਤੂ ਨੇ ਉਹਨਾਂ ਦੇ ਸ਼ਰਾਰਤੀ ਸਵਾਲਾਂ ਦਾ ਮਕਸਦ ਏਡੀ ਛੇਤੀ ਨਹੀਂ ਸੀ ਸਮਝਿਆ ਜਿੰਨਾ ਸਾਹਿਤਕ ਜੇਤੂ ਨੇ। ਉਹਨਾਂ ਕੋਲੋਂ ਬਚ ਕੇ ਰਹਿਣ ਲੱਗ ਪਿਆ, ਪਰ ਫਿਰ ਵੀ ਉਹਦਾ ਵਾਹ ਪੈ ਜਾਂਦਾ ਸੀ। ਕਦੇ ਜਦੋਂ ਮੁਲਾਕਾਤ ਟਾਲੀ ਨਹੀਂ ਜਾ ਸਕਦੀ, ਉਹ ਆਖਦਾ ਹੁੰਦਾ ਸੀ, ਕੋਈ ਹਰਜ ਨਹੀਂ ਮਿਲਣ 'ਚ, ਕਿਉਂਕਿ ਹਰ ਤਰ੍ਹਾਂ ਦੀ ਬਿਮਾਰੀ ਤੋਂ ਬਚਣ ਵਾਸਤੇ ਮੈਂ ਟੀਕੇ ਕਰਵਾਏ ਹੋਏ ਨੇ। ਚੌਂ ਪਾਸੀ ਪਸਰੀਆਂ ਹੋਈਆਂ ਗਲਤ ਕੀਮਤਾਂ ਦੀਆਂ ਰੌਣਕਾਂ ਵੇਖ ਕੇ ਉਹਦੇ ਅਸਲੀ ਹਨੇਰੇ ਨੂੰ ਜਰਨ ਦੀ ਮੈਂ ਵੀ ਆਦਤ ਪਾ ਲਈ ਹੋਈ ਹੈ, ਪਰ ਜੈਨਿੰਦਰ ਜੀ ਦੀ ਆਦਤ ਦਾ ਕੋਈ ਮੁਕਾਬਲਾ ਨਹੀਂ। ਇੱਕ ਵਾਰ ਇੱਕ ਅਤ ਜ਼ਿੰਮੇਵਾਰ ਆਦਮੀ ਕੋਲੋਂ ਇੱਕ ਅਤ ਗੈਰ ਜ਼ਿੰਮੇਵਾਰ ਗੱਲ ਹੁੰਦੀ ਮੈਂ ਵੀ ਵੇਖੀ, ਜੈਨਿੰਦਰ ਜੀ ਨੇ ਵੀ। ਇੱਕ ਵਾਰ ਨਹੀਂ, ਦੋ ਵਾਰ ਨਹੀਂ, ਕਈ ਵਾਰ। ਮੇਰੇ ਮੱਥੇ ਦੀ ਤਿਊੜੀ ਜ਼ਰਾ ਲੋੜ ਨਾਲੋਂ ਬਹੁਤੀ ਡੂੰਘੀ ਹੋ ਗਈ, ਪਰ ਜੈਨਿੰਦਰ ਜੀ ਦੇ ਮੱਥੇ ਉੱਤੇ ਬਿਲਕੁਲ ਵੱਟ ਨਾ ਪਿਆ। ਕਹਿਣ ਲੱਗੇ, ਤੂੰ ਘੜੀ ਮੁੜੀ ਰੀਜ਼ਨ ਦੀ ਗੱਲ ਕਰਨੀ ਹੈ, ਲੌਜਿਕ ਦੀ। ਇਹ ਗੱਲ ਤੂੰ ਜਿੰਨੀ ਮਰਜ਼ੀ ਆਪਣੇ ਕਮਰੇ 'ਚ ਬਹਿ ਕੇ ਕਰੀ ਜਾ, ਬਾਹਰ ਇਹਦੇ ਵਾਸਤੇ ਕੋਈ ਥਾਂ ਨਹੀਂ। ਇਸ ਤਰ੍ਹਾਂ ਗਲਤ ਕੀਮਤਾਂ ਨਾਲ ਮਨ ਦੇ ਸਖਤ ਵਿਰੋਧ ਨੂੰ ਜੇ ਬੜੇ ਵਿਨੋਦੀ ਲਫ਼ਜ਼ਾਂ 'ਚ ਕਹਿਣ ਦਾ ਢੰਗ ਵੇਖਣਾ ਹੋਏ ਤਾਂ ਕੋਈ ਜੈਨਿੰਦਰ ਜੀ ਨਾਲ ਗੱਲਾਂ ਕਰਕੇ ਇਹਨੂੰ ਖੂਬ ਵੇਖ ਸਕਦਾ ਹੈ। ਪਿਛਲੇ ਹਫ਼ਤੇ ਦੀ ਗੱਲ ਹੈ, ਮੈਂ ਤੇ ਜੈਨਿੰਦਰ ਜੀ ਹੌਜ ਖਾਸ 'ਚ ਬਣੇ ਕਈ ਨਵੇਂ ਘਰ ਤੱਕਦੇ ਪਏ ਸਾਂ। ਅੱਜ ਕੱਲ੍ਹ ਉਹਦੀ ਪਤਨੀ ਸੋਚ ਰਹੀ ਸੀ ਕਿ ਉਹਨਾਂ ਦੇ ਦਰਿਆਗੰਜ ਦੀ ਭੀੜੀ ਗਲੀ ਬੜਾ ਚਿਰ ਹੰਢਾ ਲਈ ਸੀ, ਹੁਣ ਉਹਨਾਂ ਨੂੰ ਕਿਸੇ ਖੁੱਲ੍ਹੀ ਥਾਂ ਰਹਿ ਕੇ ਕੁਝ ਸਾਹ ਲੈਣਾ ਚਾਹੀਦਾ ਹੈ। ਘਰਾਂ ਨੂੰ ਤੱਕਦਿਆਂ ਕਿਰਾਏਦਾਰਾਂ ਦੀ ਪੁੱਜਤ ਦੀਆਂ ਗੱਲਾਂ ਛਿੜ ਪਈਆਂ। ਫਿਰ ਇਹਨਾਂ ਗੱਲਾਂ 'ਚ ਕੁਝ ਉਹਨਾਂ ਕਿਰਾਏਦਾਰਾਂ ਦੀਆਂ ਅਵੈੜੀਆਂ ਆਦਤਾਂ ਵੀ ਸ਼ਾਮਲ ਹੋ ਗਈਆਂ
ਜਿਹੜੇ ਚੰਗਾ ਕਿਰਾਇਆ ਦੇਣ ਦਾ ਇਕਰਾਰ ਕਰਕੇ ਘਰਾਂ ਦੇ ਮਾਲਕਾਂ ਨੂੰ ਭਰਮਾ ਲੈਂਦੇ ਸੀ ਤੇ ਫਿਰ ਘਰ 'ਤੇ ਕਬਜ਼ਾ ਕਰਕੇ ਮੁੜ ਕੇ ਕਦੀ ਕਿਰਾਇਆ ਦੇਣ ਦਾ ਨਾਂ ਨਹੀਂ ਸੀ ਲੈਂਦੇ। ਮੈਂ ਹਿੰਦੀ ਦੇ ਇੱਕ ਬੜੇ ਵੱਡੇ ਲੇਖਕ ਨੂੰ ਜਾਣਦਾ। ਉਹ ਸਾਰੀ ਉਮਰ ਵੱਡੇ ਵੱਡੇ ਘਰਾਂ 'ਚ ਰਿਹਾ ਸੀ, ਪਰ ਉਹਨੇ ਸਾਰੀ ਉਮਰ ਕਿਸੇ ਘਰ ਦਾ ਕਿਰਾਇਆ ਨਹੀਂ ਸੀ ਦਿੱਤਾ। ਝਗੜਾ ਪੈਂਦਿਆਂ ਤੇ ਨਿਪਟਦਿਆਂ ਕੁਝ ਵਰ੍ਹੇ ਤਾਂ ਲੱਗ ਹੀ ਜਾਂਦੇ, ਸੋ ਜਦੋਂ ਹਾਲਤ ਬਹੁਤੀ ਵਿਗੜਨ 'ਤੇ ਆ ਜਾਂਦੀ ਉਹ ਖਾਲੀ ਕਰ ਦਿੰਦਾ। ਤੇ ਫਿਰ ਇਹ ਸਿਲਸਿਲਾ ਪਹਿਲੇ ਮਕਾਨ ਮਾਲਕ ਦੇ ਗਲੋਂ ਲੈ ਕੇ ਕਿਸੇ ਦੂਜੇ ਮਕਾਨ ਮਾਲਕ ਦੇ ਗਲ ਪੈ ਜਾਂਦਾ ਸੀ ਤੇ ਸਿਲਸਿਲਾ ਮੁੱਕਦਾ ਨਹੀਂ ਸੀ, ਉਹਦੀ ਜਿਵੇਂ ਟਰਾਂਸਫਰ ਹੋ ਜਾਂਦੀ ਸੀ। ਜੈਨੰਦਰ ਜੀ, ਇਹ ਗੱਲ ਹੋਰ ਤੇ ਕੋਈ ਕਰ ਸਕਦਾ, ਪਰ ਇਹ ਲੇਖਕ ਕਿਸ ਤਰ੍ਹਾਂ ਕਰ ਸਕਦਾ? ਕਿਉਂ? ਮੈਂ ਤੇ ਸਗੋਂ ਸੋਚਦਾ ਕਿ ਜਿਹੜਾ ਵੀ ਕੋਈ ਕਰਦਾ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਇੱਕ ਲੇਖਕ ਜ਼ਰੂਰ ਛਪਿਆ ਹੁੰਦਾ ਹੈ। ਲੇਖਕ ਦੀ ਕਲਪਨਾ ਸ਼ਕਤੀ ਸਭਨਾਂ ਤੋਂ ਵੱਧ ਹੁੰਦੀ ਹੈ। ਉਹੀ ਨਵੀਂ ਤੋਂ ਨਵੀਂ ਤਰਕੀਬ ਸੋਚ ਸਕਦਾ ਹੈ, ਪਰ ਕਲਪਨਾ ਸ਼ਕਤੀ ਇਹਨਾਂ ਕੰਮਾਂ ਵਾਸਤੇ ਹੁੰਦੀ ਹੈ। ਮੈਂ ਖਿਝ ਉੱਠੀ ਸੀ। ਸਭਨਾਂ ਕੰਮਾਂ ਵਾਸਤੇ ਹੁੰਦੀ ਹੈ। ਤੇਰੇ ਵਾਂਗ ਇਸ ਸ਼ਮਤੀ ਨੂੰ ਕੋਈ ਸਿਰਫ ਨਜ਼ਮਾਂ ਤੇ ਕਹਾਣੀਆਂ ਲਿਖਣ ਵਾਸਤੇ ਕਿਉਂ ਵਰਤੇ? ਹੋਰ ਕੰਮਾਂ ਲਈ ਕਿਉਂ ਨਾ ਵਰਤੇ? ਜੈਨੰਦਰ ਜੀ ਕਹਿ ਰਹੇ ਸਨ ਤੇ ਮੁਸਕਰਾ ਰਹੇ ਸਨ। ਜੈਨੰਦਰ ਜੀ ਨੇ ਗਾਂਧੀ ਜੀ ਨੂੰ ਬੜਾ ਪੜ੍ਹਿਆ, ਸਮਝਿਆ ਤੇ ਆਪਣੀ ਜ਼ਿੰਦਗੀ ਵਿੱਚ ਉਤਾਰਿਆ, ਪਰ ਉਹਨਾਂ ਨੂੰ ਗਾਂਧੀਵਾਦ ਦੇ ਜਾਂ ਕਿਸੇ ਵੀ ਵਾਦ ਦੇ ਲਫ਼ਜ਼ ਨਾਲ ਬੰਨ੍ਹਿਆ ਨਹੀਂ ਜਾ ਸਕਦਾ। ਹੈਨਰੀ ਮਿਲਰ ਵੀ ਉਹਨਾਂ ਨੂੰ ਆਪਣੀ ਕਿਤਾਬ ਪੜ੍ਹਾ ਕੇ ਉਹਨਾਂ ਕੋਲੋਂ ਕਦਰ ਦੀ ਆਸ ਰੱਖ ਸਕਦਾ ਹੈ। ਇੱਕ ਦਿਨ ਮੇਰੇ ਤੇ ਜੈਨੰਦਰ ਜੀ ਦੇ ਸਾਹਮਣੇ ਇੱਕ ਲੇਖ ਸੀ ਜਿਹਦਾ ਲੇਖਕ D.H. ਲਾਰੈਂਸ ਤੇ ਹੈਨਰੀ ਮਿਲਰ ਦੀਆਂ ਲਿਖਤਾਂ ਦੀ ਅਸ਼ਲੀਲਤਾ ਦਾ ਮੁਕਾਬਲਾ ਕਰਦਿਆਂ ਆਖ ਰਿਹਾ ਸੀ ਕਿ ਲਾਰੈਂਸ ਨੇ ਜਿਨ੍ਹਾਂ ਲਫ਼ਜ਼ਾਂ ਨੂੰ ਮਨੋਵਿਗਿਆਨ ਦੇ ਜਾਂ ਆਦਰਸ਼ਵਾਦ ਦੇ ਪਾਣੀਆਂ ਨਾਲ ਧੋ ਪੂੰਝ ਕੇ ਵਰਤਿਆ, ਮਿਲਰ ਨੇ ਉਹਨਾਂ ਹੀ ਲਫ਼ਜ਼ਾਂ ਨੂੰ ਉਹਨਾਂ ਦੇ ਅਸਲੀ ਰੂਪ 'ਚ ਵਰਤਿਆ। ਉਹਨਾਂ ਦਾ ਅਸਥਾਨ ਬਦਲਣ ਦੀ ਉਹਨੇ ਖੇਚਲ ਨਹੀਂ ਕੀਤੀ, ਇਸ ਲਈ ਮਿਲਰ ਵੱਡਾ ਲੇਖਕ ਹੈ। ਜੈਨੰਦਰ ਜੀ ਨੇ ਕਦੇ ਨਜ਼ਮ ਨਹੀਂ ਲਿਖੀ, ਪਰ ਇੱਕ ਸ਼ਾਇਰ ਵਾਲਾ ਰੋਮਾਂਚਿਕ ਨੁਕਤਾ ਨਜ਼ਰ ਉਹਨਾਂ ਦੇ ਸੁਭਾਅ 'ਚ ਹੈ। ਪ੍ਰੇਮ ਚੰਦ ਦੀ ਕਲਮ ਨਾਲ ਉਹਨਾਂ ਨੂੰ ਮੁੱਢ ਤੋਂ ਇੱਕ ਡੂੰਘੀ ਸ਼ਰਧਾ ਸੀ ਤੇ ਮੈਨੂੰ ਯਾਦ ਹੈ ਇੱਕ ਦਿਨ ਜੈਨੰਦਰ ਜੀ ਜਦੋਂ ਪ੍ਰੇਮ ਚੰਦ ਨਾਲ ਆਪਣੀ ਪਹਿਲੀ ਮੁਲਾਕਾਤ ਦੀ ਗੱਲ ਸੁਣਾ ਰਹੇ ਸਨ ਤੇ ਕਹਿ ਰਹੇ ਸਨ, ਮੈਂ ਗਲੀਆਂ ਬਾਜ਼ਾਰਾਂ 'ਚ ਪੁੱਛ ਕੇ ਆਖਰ ਪ੍ਰੇਮ ਚੰਦ ਦਾ ਮਕਾਨ ਲੱਭ ਲਿਆ, ਪਰ ਪੌੜੀਆਂ ਕੋਲ ਖਲੋ ਕੇ ਜਦੋਂ ਉਹ ਤਾਂ ਵੇਖਿਆ ਮੈਨੂੰ ਬੜਾ ਧੱਕਾ ਲੱਗਾ। ਜਿਹੜੇ ਸੱਜਣ ਉੱਤੇ ਖਲੋਤੇ ਸਨ ਉਹਨਾਂ ਦੀਆਂ ਬੜੀਆਂ ਸੰਘਣੀਆਂ ਮੁੱਛਾਂ ਸਨ। 5 ਰੁਪਈਆਂ ਵਾਲੀ ਲਾਲ ਇਮਲੀ ਦੀ ਚਾਦਰ ਉਹਨਾਂ ਨੇ ਉੱਤੇ ਲਈ ਸੀ। ਚਾਦਰ ਬੜੀ ਪੁਰਾਣੀ ਤੇ ਥਿੰਦੀ ਸੀ। ਵਾਲਾਂ ਨੇ ਮੱਥੇ ਨੂੰ ਕੁਝ ਇਸ ਤਰ੍ਹਾਂ ਢਕਿਆ ਸੀ ਕਿ ਮੱਥਾ ਛੋਟਾ ਜਾਪਦਾ ਸੀ। ਸਿਰ ਵੀ ਲੋੜ ਨਾਲੋਂ ਛੋਟਾ ਦਿਸਦਾ ਸੀ। ਮਾਮੂਲੀ ਧੋਤੀ ਪਾਈ ਸੀ ਜੋ ਲਮਕ ਕੇ ਗੋਡਿਆਂ ਤੋਂ ਹੇਠਾਂ ਆਈ ਹੋਈ ਸੀ। ਅੱਖਾਂ 'ਚ ਇੱਕ ਖੁਮਾਰੀ ਸੀ ਜਿੱਥੋਂ ਮੈਂ ਸਮਝ ਗਿਆ ਇਹੀ ਪ੍ਰੇਮ ਚੰਦ ਹੋਣਗੇ। ਮੈਂ ਸੋਚਣ ਲੱਗਾ ਕਿ ਕੀ ਜਿਉਂਦੇ ਜੀ ਇਸ ਬੰਦੇ ਨੂੰ ਪ੍ਰੇਮ ਚੰਦ ਮੰਨਣਾ ਪਏਗਾ। ਮੈਂ ਇੰਨੀ ਦੂਰੋਂ ਇੰਨੀ ਆਸ ਬੰਨ੍ਹ ਕੇ ਗਿਆ ਸੀ। ਜੀ ਕੀਤਾ ਮਨ ਦੇ ਅਸਲੀ ਰਮਣੀਕ ਪ੍ਰੇਮ ਚੰਦ ਵਿੱਚ ਜੇ ਕੋਈ ਸ਼ਰਧਾ ਕਾਇਮ ਰੱਖਣੀ ਹੋਵੇ ਤਾਂ ਮੈਨੂੰ ਇੱਥੋਂ ਹੀ ਵਾਪਸ ਪਰਤ ਜਾਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਰੋਮਾਂਚ ਵਿੱਚ ਹੀ ਤਾਂ ਸਭ ਕੁਝ ਹੁੰਦਾ ਹੈ ਤੇ ਜੇ ਇਹੋ ਹੀ ਨਿਕਲ ਗਿਆ ਤਾਂ ਬਾਕੀ ਕੀ ਰਹਿ ਗਿਆ? ਬਾਕੀ ਹੱਡ ਮਾਸ ਦਾ ਕੀ ਏ? ਉਹ ਤਾਂ ਸਾਰਿਆਂ ਦਾ ਇੱਕੋ ਜਿਹਾ ਹੁੰਦਾ। ਬੜੇ ਵਰ੍ਹਿਆਂ ਦੀ ਗੱਲ ਏ। ਮੇਰੀ ਜਵਾਨੀ ਦੇ ਵਰ੍ਹਿਆਂ ਦੀ ਇੱਕ ਔਰਤ ਦਾ ਹੁਸਨ ਮੇਰੇ ਲਈ ਬੜਾ ਦੈਵੀ ਹੁੰਦਾ ਸੀ। ਉਹ ਮੇਰੇ ਲਈ ਇੱਕ ਅਪਹੁੰਚ ਚੀਜ਼ ਸੀ। ਇੱਕ ਦਿਨ ਮੈਂ ਕਿਤੇ ਉਹਦੇ ਗੋਡੇ ਉੱਤੇ ਹੱਥ ਰੱਖਤਾ। ਉਹਨੇ ਕੋਈ ਇਤਰਾਜ਼ ਨਾ ਕੀਤਾ। ਮੇਰਾ ਹੱਥ ਉਹਦੀ ਬਾਂਹ ਨੂੰ ਛੋਇਆ। ਉਹਦੇ ਮੂੰਹ 'ਤੇ ਵੀ ਕੋਈ ਸ਼ਿਕਰ ਨਾ ਆਈ। ਮੇਰਾ ਹੱਥ ਉਹਦੇ ਮੋਢਿਆਂ ਨੂੰ ਛੋਇਆ। ਉਹਦੇ ਅੱਖਾਂ 'ਚ ਰੋਸ ਦਾ ਇੱਕ ਵੀ ਪਰਛਾਵਾਂ ਨਾ ਆਇਆ। ਜਾਦੂ ਦੀਆਂ ਤਾਰਾਂ ਨਾਲ ਉਣਿਆ ਹੋਇਆ ਸਾਰਾ ਜਾਲ ਸੂਤਰ ਦਾ ਧਾਗਾ ਬਣ ਗਿਆ। ਮੇਰੇ ਮਨ ਨੂੰ ਬੜੀ ਜ਼ਰਬ ਆਈ, ਇੰਜ ਜਿਵੇਂ ਮੇਰੇ ਮਨ 'ਚ ਕੁਝ ਮੁਚਕੋੜਿਆ ਗਿਆ। ਉਹ ਪਹੁੰਚ ਤੋਂ ਪਹੁੰਚ ਬਣ ਗਈ ਸੀ। ਉਹ ਜਿਹੜੀ ਇੱਕ ਅਲੌਕਿਕ ਚੀਜ਼ ਸੀ ਮਿੰਟਾਂ 'ਚ ਇੱਕ ਸਧਾਰਨ ਔਰਤ ਬਣ ਗਈ। ਮੇਰੇ ਮਨ ਨੂੰ ਉਸ ਦਿਨ ਜਿਹੜੀ ਸੱਟ ਲੱਗੀ ਉਹ ਮੈਂ ਅੱਜ ਤੱਕ ਨਹੀਂ ਭੁੱਲ ਸਕਿਆ। ਉਸ ਦਿਨ ਜੈਨੰਦਰ ਜੀ ਨਾਲ ਗੱਲਾਂ ਕਰਦਿਆਂ ਮੈਨੂੰ ਇਰਵਿੰਗ ਵੈਲਿਸ ਦੇ ਨਾਵਲ ਵਿਚਲਾ ਨੋਬਲ ਪ੍ਰਾਈਜ਼ ਦਾ ਵਿਜੇਤਾ ਐਂਡਰਿਊ ਕ੍ਰੈਗ ਬੜਾ ਚੇਤੇ ਆਇਆ। ਉਹਨੂੰ ਸਵੀਡਨ ਦੀ ਅਤ ਖੂਬਸੂਰਤ ਐਕਟਰੈਸ ਨਾਰਬਰਗ ਨੇ ਫਿਲਮ ਵਾਸਤੇ ਇੱਕ ਕਹਾਣੀ ਲਿਖਣ ਲਈ ਕਿਹਾ ਸੀ। ਬੜੀ ਵੱਡੀ ਰਕਮ ਪੇਸ਼ ਕੀਤੀ, ਪਰ ਜਿਵੇਂ ਉਹ ਚਾਹੁੰਦੀ ਸੀ ਕ੍ਰੈਗ ਆਪਣੀ ਕਹਾਣੀ ਨੂੰ ਉਹਦੀ ਮਨ ਆਈ ਨਾਲ ਨਹੀਂ ਸੀ ਮੋੜ ਸਕਦਾ, ਇਸ ਲਈ ਉਹਨੇ ਨਾ ਕਰਤੀ। ਇਸ ਐਕਟਰੈਸ ਨਾਲ ਕਦੇ ਗੱਲ ਕਰ ਸਕਣਾ ਕ੍ਰੈਗ ਦਾ ਸੁਪਨਾ ਹੁੰਦਾ ਸੀ। ਉਹਨੂੰ ਅਪਹੁੰਚ ਜਾਪਦੀ ਹੁੰਦੀ ਸੀ, ਪਰ ਅੱਜ ਕ੍ਰੈਗ ਨੂੰ ਔਰਤ ਮਿੰਨਤਾਂ ਪਾ ਰਹੀ ਸੀ ਤੇ ਆਖਰ ਉਹਨੇ ਕਹਾਣੀ ਦੇ ਇਵਜ਼ ਵਿੱਚ ਬਹੁਤ ਵੱਡੀ ਰਕਮ ਦੇ ਨਾਲ ਇੱਕ ਹੋਰ ਦੌਲਤ ਵੀ ਜੋੜ ਦਿੱਤੀ। ਇਹ ਦੌਲਤ ਉਹਦਾ ਆਪਣਾ ਆਪ ਸੀ। ਕ੍ਰੈਗ ਦੀਆਂ ਅੱਖਾਂ ਚੁੰਧਿਆ ਗਈਆਂ। ਉਹਦੀ ਜ਼ਬਾਨ ਜਿਵੇਂ ਕੁਝ ਚਿਰ ਲਈ ਗੂੰਗੀ ਹੋ ਗਈ, ਪਰ ਫਿਰ ਉਹਨੂੰ ਜਾਪਿਆ ਕਿ ਉਹਨਾਂ ਦੋਵਾਂ ਦੀਆਂ ਬਾਹਾਂ ਜਦੋਂ ਇੱਕ ਵਿਹਾਰ ਦੀਆਂ ਬੱਧੀਆਂ ਹੋਈਆਂ ਇੱਕ ਦੂਜੇ ਦੇ ਗਲ ਨੂੰ ਲੱਗਣਗੀਆਂ, ਉਹਨਾਂ ਵਿੱਚ ਡਾਂਟੇ ਤੇ ਬੀਐਟਰਸ ਦੇ ਮਿਲਣ ਵਾਲੀ ਚਿਣਕ ਕਿੱਥੋਂ ਜਗੇਗੀ? ਬਿਸਤਰ ਬੜਾ ਨਿੱਘਾ ਹੋਏਗਾ, ਪਰ ਉਹਦੀ ਯਾਦ ਬੜੀ ਠੰਡੀ ਹੋਏਗੀ। ਅਖੀਰ ਇਹ ਮੇਲ ਉਹਨੂੰ ਫਜ਼ੂਲ ਖਰਚੀ ਜਾਪਣ ਲੱਗ ਪਏਗਾ, ਜਿਹੜੀ ਫਜ਼ੂਲ ਖਰਚੀ ਉਹਨੂੰ ਪੁੱਜਦੀ ਨਹੀਂ ਸੀ।
ਜਨਿੰਦਰ ਜੀ ਜਾਣਦੇ ਹਨ ਕਿ ਕਲਪਨਾ ਦੇ ਸੁੱਖ 'ਚ ਕਿਤੇ ਕਿਸੇ ਖਿਲਾਅ ਦਾ ਅਸਹਿ ਦਰਦ ਵੀ ਹੁੰਦਾ ਹੈ। ਉਹਨਾਂ ਦੇ ਲਫ਼ਜ਼ਾਂ 'ਚ ਬੜੇ ਰੋਮਾਂਚਿਕ ਲੋਕ ਹੀ ਜਨਿੰਦਰ ਜੀ ਇਹ ਆਖ ਲੈਂਦੇ ਹਨ, ਪਰ ਕੁਝ ਪਾਉਣ ਦਾ ਲੋਭ ਉਹਨਾਂ ਨੂੰ ਕਦੇ ਨਹੀਂ ਆਇਆ। ਕੁਝ ਪਾਉਣ ਦੇ ਖਿਆਲ ਨੂੰ ਤਿਆਗ ਸਕਦੇ ਹਨ, ਪਰ ਅਣਰੋਮਾਂਚਿਕ ਹੋਣ ਦੀ ਹਾਲਤ ਨੂੰ ਮਨਜ਼ੂਰ ਨਹੀਂ ਕਰ ਸਕਦੇ। ਕ੍ਰੈਗ ਵਾਂਗ ਅਣਰੋਮਾਂਚਿਕ ਹੋਣਾ ਉਹਨਾਂ ਵਾਸਤੇ ਫਜ਼ੂਲ ਖਰਚੀ ਹੈ, ਜਿਹੜੀ ਫਜ਼ੂਲ ਖਰਚੀ ਉਹਨਾਂ ਨੂੰ ਕਦੇ ਨਹੀਂ ਪੁੱਜ ਸਕਦੀ।